ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। मैं रमनदीप सिंह एक बार फिर हाज़र हाँ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਮਾਫੀ ਚਾਹੁੰਦਾ ਕਿ 2 ਦਿਨ ਜਿਹੜੀ ਉਹ ਲਾਈਵ ਕਲਾਸ ਨਹੀਂ ਲੱਗ ਪਈ। ਸੋ ਦਰਅਸਲ फ़ोन ਦੇ ਵਿੱਚ ਪ੍ਰੋਬਲਮ ਆ ਗਈ ਸੀ ਚਾਰਜਿੰਗ ਦੀ, ਸੋ ਇਸ ਕਰਕੇ फ़ोन ਜਿਹੜਾ ਉਹ ਸਰਵਿਸ ਸੈਂਟਰ ਦੇ ਵਿੱਚ ਪਿਆ ਸੀ। ਸੋ ਅੱਜ ਜਿਹੜਾ ਮਿਲਿਆ ਸੀ, ਸੋ ਕੱਲ੍ਹ ਜਿਹੜੀ ਉਹ ਲਾਈਵ ਕਲਾਸਿਸ ਹੀ ਲੱਗਣੀਆਂ। ਸੋ ਅੱਜ ਦਾ ਦਿਨ ਜਿਹੜੀ ਇਹ ਆਫਲਾਈਨ ਕਲਾਸ ਤੁਹਾਡੀ ਉਹ ਲੱਗੇਗੀ। ਓਕੇ, ਸੋ ਅੱਜ ਦਾ ਸਾਡਾ ਟੌਪਿਕ ਹੈ ਜੋ ਕਿ ਇੰਟੈਲੀਜੈਂਸੀ ਦੀ ਥਿਊਰੀਜ਼ ਅਸੀਂ ਕਰਦੇ ਪਏ ਸੀ ਕਿ ਇੰਟੈਲੀਜੈਂਸੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਡਿਵੈਲਪ ਹੁੰਦੀ ਹੈ। ਸੋ ਇਸ ਤੋਂ ਪਹਿਲਾਂ ਜਿਹੜੀਆਂ 3 ਥਿਊਰੀਜ਼ ਨੇ ਉਹ ਆਪਾਂ ਕਰ ਚੁੱਕੇ ਹੈਗੇ ਆਂਗੇ, ਜਿਸ ਦੇ ਵਿੱਚ ਪੂਰੇ ਦੇ ਪੂਰੇ ਆਪਾਂ ਇੰਟੈਲੀਜੈਂਸੀ ਨੂੰ ਜਿਹੜਾ ਸਮਝ ਚੁੱਕੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਸਿਧਾਂਤ ਜਿਹੜੇ ਹੈ ਉਹ ਪ੍ਰੈਜੈਂਟ ਕੀਤੇ ਹੈਗੇ ਨੇ। ਸੋ ਅੱਜ ਦੀ ਸਾਡੀ ਨੈਕਸਟ ਥਿਊਰੀ ਰਹੇਗੀ ਜਿਸ ਦੇ ਵਿੱਚ ਥਰਸਟਨ ਦੀ ਗਰੁੱਪ ਫੈਕਟਰ ਥਿਊਰੀ ਨੂੰ ਡਿਸਕਸ ਕਰਾਂਗੇ, ਜੋ ਕਿ ਤੁਹਾਨੂੰ PS ਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੇਗੀ। ਸੋ ਥਰਸਟਨ ਦੇ ਦੁਆਰਾ ਕਿਸ ਤਰੀਕੇ ਦੇ ਨਾਲ ਜਿਹੜਾ ਗਰੁੱਪ ਫੈਕਟਰ ਨੂੰ ਪ੍ਰੈਜੈਂਟ ਕੀਤਾ ਗਿਆ ਹੈ ਔਰ ਕਿਸ ਤਰੀਕੇ ਦੀ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਉਸ ਦੀ ਆਪਾਂ ਗੱਲ ਕਰਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਥਰਸਨ ਜਿਹੜਾ ਸੀ ਉਹ ਇੱਕ ਅਮਰੀਕੀ ਮਨੋਵਿਗਿਆਨੀ ਸੀ, ਜਿਸ ਦੇ ਦੁਆਰਾ ਇੰਟੈਲੀਜੈਂਸੀ ਨੂੰ ਡਿਵੈਲਪ ਕਰਨ ਦੇ ਲਈ ਇੰਟੈਲੀਜੈਂਸੀ ਨੂੰ ਲੈ ਕੇ ਆਪਣੀ ਜਿਹੜੀ ਥਿਊਰੀ ਹੈ ਉਹ ਪ੍ਰੈਜੈਂਟ ਕੀਤੀ ਹੈ ਕਿ ਇੰਟੈਲੀਜੈਂਸੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਇੱਕ ਬੱਚੇ ਦੀ। ਤਾਂ ਇਸ ਦੇ ਦੁਆਰਾ ਜਿਹੜੀ ਕਾਰਕ ਸਿਧਾਂਤ ਬੁੱਧੀ ਜਿਹੜੀ ਹੈ ਉਸ ਦਾ ਇਹਨਾਂ ਨੇ ਥਿਊਰੀ ਦਿੱਤੀ ਹੈ। ਸੋ ਇਸ ਨੂੰ ਕਾਫੀ ਸਾਰੇ ਜਿਹੜੇ ਨਾਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਪਹਿਲਾ ਹੈ ਇਸ ਨੂੰ ਪ੍ਰਾਥਮਿਕ ਮਾਨਸਿਕ ਯੋਗਤਾ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ, ਯਾਨੀ ਕਿ ਥਿਊਰੀ ਆਫ ਪ੍ਰਾਇਮਰੀ ਮੈਂਟਲ ਐਬਿਲਿਟੀਜ਼। ਦੂਸਰਾ ਹੈ ਬਹੁਕਾਰਕੀ ਬੁੱਧੀ ਸਿਧਾਂਤ, ਜਿਸ ਨੂੰ ਮਲਟੀਪਲ ਫੈਕਟਰ ਥਿਊਰੀ ਆਫ ਇੰਟੈਲੀਜੈਂਸੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੀਸਰਾ ਹੈਗਾ ਕਾਰਕ ਵਿਸ਼ੇਸ਼ਣ ਬੁੱਧੀ ਸਿਧਾਂਤ, ਜਿਹਨੂੰ ਫੈਕਟਰ ਐਨਾਲਾਈਜ਼ ਥਿਊਰੀ ਆਫ ਇੰਟੈਲੀਜੈਂਸੀ। ਸੋ ਇਹ 3 ਇਹਨਾਂ ਦੇ ਨਾਮ ਨੇਗੇ ਔਰ ਪ੍ਰਮੁੱਖ ਤੌਰ ਦੇ ਉੱਪਰ ਇਹ ਗਰੁੱਪ ਫੈਕਟਰ ਥਿਊਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਸੋ ਅਕਸਰ ਕੁਐਸਚਨ ਜਿਹੜਾ ਉਹ ਇਸੇ ਨੂੰ ਲੈ ਕੇ ਆਉਂਦਾ, ਇਹਨਾਂ ਨਾਮਾਂ ਦੇ ਉੱਪਰ ਬਹੁਤ ਘੱਟ ਆਉਂਦਾ, ਬਟ ਫਿਰ ਵੀ ਇਹ ਯਾਦ ਕਰਨੇ ਜ਼ਰੂਰੀ ਨੇ। ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਆਪਸ਼ਨ ਆ ਜਾਵੇ। ਓਕੇ, ਸੋ ਇਹ 3 ਨਾਮ ਨੇ ਇਸ ਥਿਊਰੀ ਦੇ। ਔਰ ਇਸ ਥਿਊਰੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਸਮੂਹ ਕਾਰਕ ਸ਼ਬਦ ਜਿਹੜਾ ਉਹ ਇਸਤੇਮਾਲ ਕੀਤਾ ਹੈ ਉਹਨਾਂ ਨੇ ਇੰਟੈਲੀਜੈਂਸੀ ਦੇ ਲਈ। ਸੋ ਸਮੂਹ ਕਾਰਕ ਸ਼ਬਦ ਜਿਹੜਾ ਹੈ ਉਹਨਾਂ ਕਾਰਕਾਂ ਦੇ ਲਈ ਵਰਤਿਆ ਜਾਂਦਾ ਹੈ ਜਿਹੜੀਆਂ ਸਾਰੀਆਂ ਬੌਧਿਕ ਯੋਗਤਾਵਾਂ ਦੇ ਵਿੱਚ ਸਧਾਰਨ ਰੂਪ ਦੇ ਵਿੱਚ ਮੌਜੂਦ ਨਹੀਂ ਹੁੰਦੇ, ਪਰੰਤੂ ਕੁਝ ਬੌਧਿਕ ਕਿਰਿਆਵਾਂ ਦੇ ਸਮੂਹ ਦੇ ਵਿੱਚ ਮੌਜੂਦ ਹੁੰਦੇ ਨੇ। ਸੋ ਇਹਨਾਂ ਦੇ ਅਕੋਰਡਿੰਗ ਜਿਹੜਾ ਗਰੁੱਪ ਫੈਕਟਰ ਹੈ, ਸੋ ਇਹ ਕਹਿੰਦੇ ਕਿ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਇੱਕ ਮਨੁੱਖ ਦੇ ਦੁਆਰਾ, ਉਹਨਾਂ ਸਾਰਿਆਂ ਦੇ ਵਿੱਚ ਇਸ ਨੂੰ ਇਨਕਲੂਡ ਨਹੀਂ ਕੀਤਾ ਜਾ ਸਕਦਾ ਗਰੁੱਪ ਫੈਕਟਰ ਨੂੰ। ਸਿਰਫ ਇਹ ਕੁਝ ਕੁ ਜਿਹੜੀਆਂ ਐਕਟੀਵਿਟੀਜ਼ ਹੋਣਗੀਆਂ, ਕੁਝ ਕੁ ਬੌਧਿਕ ਕਿਰਿਆਵਾਂ ਹੋਣਗੀਆਂ, ਮੈਂਟਲ ਐਕਟੀਵਿਟੀਜ਼ ਹੋਣਗੀਆਂ, ਜਿਨ੍ਹਾਂ ਦੇ ਵਿੱਚ ਇਸ ਗਰੁੱਪ ਫੈਕਟਰ ਦਾ ਯੋਗਦਾਨ ਰਹੂਗਾ। ਬਾਕੀ ਨੇ ਵਿੱਚ ਜਿਹੜਾ ਇਸ ਦੀ ਕੋਈ ਭੂਮਿਕਾ ਜਿਹੜੀ ਉਹ ਨਹੀਂ ਰਹਿਣੀ ਕਿਸ ਦੀ, ਗਰੁੱਪ ਫੈਕਟਰ ਦੀ। ਠੀਕ ਹੈ। ਸੋ ਥਰਸਨ ਦਾ ਜਿਹੜਾ ਸਮੂਹ ਕਾਰਕ ਸਿਧਾਂਤ ਆ ਉਹ ਸਪੀਅਰਮੈਨ ਦੇ 3 ਕਾਰਕ ਸਿਧਾਂਤ ਜਾਂ 2 ਫੈਕਟਰ ਥਿਊਰੀ ਦੇ ਆਧਾਰ ਦੇ ਉੱਪਰ ਅਤੇ ਥੋਰਨਡਾਈਕ ਦੇ ਬਹੁਕਾਰਕੀ ਸਿਧਾਂਤ, ਜਿਹਨੂੰ ਮਲਟੀਪਲ ਫੈਕਟਰ ਥਿਊਰੀ ਦਾ ਮੱਧਵਰਗੀ ਭਾਗ ਜਿਹੜਾ ਕਿਹਾ, ਯਾਨੀ ਕਿ ਇਹਨਾਂ ਦੋਨਾਂ ਦੇ ਜਿਹੜਾ ਮਨੋਵਿਗਿਆਨੀ ਨੇ ਇਹਨਾਂ ਦੋਨਾਂ ਦੇ ਵਿਚਕਾਰਲਾ ਭਾਗ ਜਿਹੜਾ ਹੈ ਉਸ ਨੂੰ ਅਸੀਂ ਗਰੁੱਪ ਫੈਕਟਰ ਥਿਊਰੀ ਦੇ ਨਾਮ ਨਾਲ ਜਾਣਦੇ ਹਾਂ, ਯਾਨੀ ਕਿ ਉਹਨਾਂ ਦੇ ਜਿਹੜੇ ਸੈਂਟਰ ਵਾਲੇ ਪੁਆਇੰਟ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਇਨਕਲੂਡ ਕੀਤਾ ਹੈ। ਤਾਂ ਥਰਸਨ ਦੇ ਵਿਚਾਰ ਦੇ ਅਨੁਸਾਰ ਬੁੱਧੀ ਨਾ ਤਾਂ ਸਧਾਰਨ ਯੋਗਤਾ ਦਾ ਪ੍ਰਖੇਪ ਹੈ ਅਤੇ ਨਾ ਹੀ ਕਿਸੇ ਵਿਸ਼ੇਸ਼ ਯੋਗਤਾ ਦਾ। ਇਹ ਕਹਿੰਦੇ ਕੋਈ ਨਾ ਹੀ ਤਾਂ ਅਸੀਂ ਇਹਨੂੰ ਕਹਿ ਸਕਦੇ ਵੀ ਕੋਈ ਸਧਾਰਨ ਹੋਵੇਗਾ ਪ੍ਰਕਿਰਿਆ ਦੇ ਵਿੱਚ, ਅਤੇ ਨਾ ਹੀ ਅਸੀਂ ਇਹ ਕਹਿ ਸਕਦੇ ਹਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ਼ ਯੋਗਤਾ ਜਿਹੜੀ ਹੈ ਉਹ ਇੰਟੈਲੀਜੈਂਸੀ ਦੇ ਵਿੱਚ ਹੋਵੇਗੀ। ਸੋ ਇਹ ਥਰਸਨ ਦਾ ਜਿਹੜਾ ਕਹਿਣ ਦਾ ਅਕੋਰਡਿੰਗ ਸੀ। ਸੋ ਕਿਸੇ ਜੀ ਜਾਂ ਇਸ ਕਾਰਕ ਦੀ ਮੌਜੂਦਗੀ ਨੂੰ ਸਵੀਕਾਰ ਨਹੀਂ ਕਰਦੇ, ਹਾਲਾਂਕਿ ਕਿਤੇ ਕਿਤੇ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੈ ਬਟ ਦੂਸਰੇ ਤਰੀਕੇ ਦੇ ਨਾਲ। ਠੀਕ ਹੈ, ਪਰ ਉਹਨਾਂ ਨੇ ਇਸ ਕਾਰਕ ਦੀ ਮੌਜੂਦਗੀ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਦੇ ਕਹਿਣ ਦੇ ਅਕੋਰਡਿੰਗ ਕਿ ਕਿਸੇ ਤਰ੍ਹਾਂ ਦੀ ਕੋਈ ਜਨਰਲ ਜਿਹੜੀ ਕਹਿ ਸਕਦੇ ਹੈਗੇ ਫੈਕਟਰ ਨਹੀਂ ਹੁੰਦਾ, ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਪੈਸੀਫਿਕ ਜਿਹੜੀ ਇੰਟੈਲੀਜੈਂਸੀ ਹੁੰਦੀ ਹੈ। ਸੋ ਇਹ ਮਿਕਸ ਹੈ, ਯਾਨੀ ਕਿ ਗਰੁੱਪ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਡਿਵਾਈਡ ਕੀਤੀ ਹੋਈ ਹੈ। ਸੋ ਉਹਨਾਂ ਨੇ ਮਾਨਸਿਕ ਕਿਰਿਆਵਾਂ ਦੇ ਵਿੱਚ ਪ੍ਰਾਥਮਿਕ ਮਾਨਸਿਕ ਯੋਗਤਾਵਾਂ ਨੂੰ ਮਹੱਤਵ ਦਿੱਤਾ ਹੈ। ਪ੍ਰਾਥਮਿਕ ਮਾਨਸਿਕ ਯੋਗਤਾਵਾਂ ਮੀਨਸ ਕਿ ਪ੍ਰਾਇਮਰੀ ਜੋ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਨਾ ਕਿ ਕਿਸ ਤਰੀਕੇ ਦੇ ਨਾਲ
ਬੱਚੇ ਨੂੰ ਗਾਈਡੈਂਸ ਮਿਲੀ ਹੈ, ਬੱਚੇ ਨੇ ਕੀ ਕੁਝ ਸਿੱਖਿਆ ਹੈ, ਕੀ ਕੁਝ ਉਸਨੂੰ ਸਿਖਾਇਆ ਗਿਆ ਹੈ, ਇਹਨਾਂ ਨੇ ਉਸ ਚੀਜ਼ ਦੇ ਉੱਪਰ ਫਿਕਸ ਕਹਿ ਸਕਦੇ ਹਾਂ ਫੋਕਸ ਜਿਹੜਾ ਉਹ ਕੀਤਾ ਹੈ। ਸੋ ਉਸੇ ਨੂੰ ਹੀ ਜਿਹੜਾ ਇਹ ਇਹਨਾਂ ਆਪਣੀ ਥਿਊਰੀ ਦਾ ਜਿਹੜਾ ਕਹਿ ਸਕਦੇ ਹਾਂ ਆਧਾਰ ਬਣਾਇਆ ਹੈ। ਸੋ ਥਰਸਨ ਨੇ ਜਿਹੜਾ ਹੈ ਗਰੁੱਪ ਫੈਕਟਰ ਥਿਊਰੀ ਦਾ ਪ੍ਰਤੀਪਾਦਨ ਜਾਂ ਨਿਰਮਾਣ ਜਿਹੜਾ ਹੈ ਉਹ 1938 ਦੇ ਵਿੱਚ ਕੀਤਾ ਸੀ, ਅਤੇ ਇਹ ਇੱਕ ਅਮਰੀਕੀ ਮਨੋਵਿਗਿਆਨੀ ਸੀਗਾ। ਸੋ ਇਹਨਾਂ ਨੇ ਕੀ ਕੀਤਾ ਸੀਗਾ, ਇਸ ਥਿਊਰੀ ਨੂੰ ਸਮਝਣ ਦੇ ਲਈ ਸ਼ਿਕਾਗੋ ਦੇ ਵਿਦਿਆਲੇ ਦੇ ਵਿੱਚ, ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ 240 ਵਿਦਿਆਰਥੀਆਂ ਦੇ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਪ੍ਰੀਖਣ ਜਾਨੀ ਟੈਸਟ ਲਏ ਸੀ, ਜਿਨ੍ਹਾਂ ਦੇ ਥਰੂ ਇਹਨਾਂ ਨੇ ਇੰਟੈਲੀਜੈਂਸੀ ਨੂੰ ਸਮਝਣ ਦੇ ਲਈ ਅਲੱਗ-ਅਲੱਗ ਪ੍ਰਕਿਰਿਆਵਾਂ ਜਿਹੜੀਆਂ ਕੀਤੀਆਂ ਸੀ। ਠੀਕ ਹੈ, ਜਾਨੀ ਕਿ ਇੰਟੈਲੀਜੈਂਸੀ ਨੂੰ ਸਮਝਣ ਦੇ ਲਈ 56 ਟੈਸਟ ਲਏ ਗਏ ਸੀ 240 ਵਿਦਿਆਰਥੀਆਂ ਦੇ ਉੱਪਰ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ, ਔਰ ਉਸ ਦੇ ਆਧਾਰ ਦੇ ਉੱਪਰ ਇਹਨਾਂ ਨੇ ਆਪਣਾ ਸਿਧਾਂਤ ਜਿਹੜਾ ਹੈ ਉਸ ਨੂੰ ਪ੍ਰੈਜ਼ੈਂਟ ਕੀਤਾ ਸੀ। ਔਰ ਇਹ ਪ੍ਰੀਖਣ ਜਿਹੜੇ ਇਹ ਟੈਸਟ ਜਿਹੜੇ ਸੀਗੇ ਇਹ 2 ਤੋਂ ਲੈ ਕੇ 20 ਮਿੰਟ ਦੇ ਸਮੇਂ ਦੇ ਦੌਰਾਨ ਸੀ, ਯਾਨੀ ਕਿ 20 ਮਿੰਟ ਮੈਕਸੀਮਮ ਇਸ ਟੈਸਟ ਦੇ ਵਿੱਚ ਲੱਗੇ ਸੀਗੇ, ਜਿਸ ਦੇ ਦੌਰਾਨ ਇਹਨਾਂ ਨੇ ਪੂਰਾ ਆਪਣਾ ਜਿਹੜਾ ਸਿਧਾਂਤ ਉਸ ਨੂੰ ਪ੍ਰੈਜ਼ੈਂਟ ਕੀਤਾ ਸੀਗਾ। ਸੋ ਇਸ ਟੈਸਟਾਂ ਦੇ ਆਧਾਰ ਦੇ ਉੱਪਰ ਇਹਨਾਂ ਨੇ ਬੁੱਧੀ ਨੂੰ ਜਿਹੜਾ ਕਹਿ ਸਕਦੇ ਹਾਂ 7 ਪ੍ਰਾਥਮਿਕ ਮਾਨਸਿਕ ਯੋਗਤਾਵਾਂ ਦੇ ਵਿੱਚ ਡਿਵਾਈਡ ਕੀਤਾ ਹੈ, ਕਿ ਮਨੁੱਖ ਜਿਹੜਾ ਹੈ, ਬੱਚਾ ਜਿਹੜਾ ਹੈ ਉਹ 7 ਪ੍ਰਾਇਮਰੀ ਜਿਹੜੀਆਂ ਕਹਿ ਸਕਦੇ ਹੈਗੀਆਂ ਮੈਂਟਲ ਐਬਿਲਿਟੀ ਨੇ, ਉਹਦੇ ਆਧਾਰ ਦੇ ਉੱਪਰ ਆਪਣੀ ਇੰਟੈਲੀਜੈਂਸੀ ਜਿਹੜੀ ਹੈ ਉਹ ਡਿਵੈਲਪ ਕਰਦਾ ਹੈ। ਔਰ ਇਹ ਫੈਕਟਰ ਨੇ ਜਿਹੜਾ ਮਿਲ ਕੇ ਇੱਕ ਬੱਚੇ ਦੀ ਇੰਟੈਲੀਜੈਂਸੀ ਨੂੰ ਨਿਰਧਾਰਿਤ ਕਰਦੇ ਹੈਗੇ ਨੇ, ਨਾ ਕਿ ਕੋਈ ਜੀ ਔਰ ਨਾ ਕਿ ਕੋਈ ਐਸ ਫੈਕਟਰ। ਓਕੇ, ਯਾਨੀ ਕਿ 7 ਫੈਕਟਰ ਹੋਣਗੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਇੱਕ ਬੱਚੇ ਦੀ ਇੰਟੈਲੀਜੈਂਸੀ ਜਿਹੜੀ ਹੈ ਉਹ ਡਿਵੈਲਪ ਹੋਵੇਗੀ। ਸੋ ਇਹ ਸਾਰੇ ਕੀ ਹੈਗੇ ਨੇ, ਇੱਕ ਦੂਸਰੇ ਤੋਂ ਸੁਤੰਤਰ ਹੈਗੇ ਨੇ, ਯਾਨੀ ਇਹ ਨਹੀਂ ਕਿ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ। ਇਹ ਤਿੰਨੋਂ ਜਿਹੜੇ 7 ਦੇ 7 ਫੈਕਟਰ ਨੇਗੇ ਇਹ ਇੱਕ ਦੂਸਰੇ ਤੋਂ ਵੱਖ ਨੇ ਔਰ ਪੂਰਨ ਤੌਰ ਦੇ ਉੱਪਰ ਸੁਤੰਤਰ ਨੇ, ਇਹ ਨਹੀਂ ਕਿ ਇਹ ਇੱਕ ਦੂਸਰੇ ਦੇ ਅਧੀਨ ਆਉਂਦੇ ਹੈਗੇ ਨੇਗੇ। ਠੀਕ ਹੈ, ਸੋ ਇਹ 7 ਜਿਹੜੀਆਂ ਕਹਿ ਸਕਦੇ ਹਾਂ 7 ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਕਿਹੜੀਆਂ ਨੇ, ਇਹ ਯਾਦ ਰੱਖਣਾ ਇਹ ਸਭ ਤੋਂ ਇੰਪੋਰਟੈਂਟ ਨੇ, ਕਿ ਕਿੰਨੀਆਂ ਜਿਹੜੀਆਂ ਉਹਨਾਂ ਨੇ ਸਟੇਜਸ ਦੱਸੀਆਂ ਨੇ ਜਾਂ ਐਬਿਲਿਟੀਜ਼ ਦੱਸੀਆਂ ਨੇ, ਤਾਂ 7 ਨੇ। ਔਰ ਇਹਨਾਂ ਦੇ ਵਿੱਚ ਕਿਸੇ ਵਿਸ਼ੇ ਦੀ ਗੱਲ ਕੀਤੀ ਗਈ ਹੈ ਇਹ ਜ਼ਰੂਰ ਯਾਦ ਰੱਖਣਾ। ਹਾਲਾਂਕਿ ਇਹਨਾਂ ਦੇ ਨਾਮ ਤੁਹਾਨੂੰ ਕਾਫੀ ਕੁਝ ਜਿਹੜਾ ਕਲੀਅਰ ਕਰ ਦੇਣਗੇ, ਬਟ ਫਿਰ ਵੀ ਤੁਹਾਡੇ ਲਈ ਸਭ ਕੁਝ ਜਿਹੜਾ ਜ਼ਰੂਰੀ ਰਹੂਗਾ। ਸੋ ਪਹਿਲਾ ਹੈ ਮੌਖਿਕ ਬੁੱਧੀ, ਜਿਸ ਨੂੰ ਵਰਬਲ ਕੰਪ੍ਰੀਹੈਂਸਿਵ ਜਾਂ ਬੀ ਦੇ ਨਾਮ ਨਾਲ ਜਿਹੜਾ ਕਈ ਵਾਰ ਤੁਹਾਨੂੰ ਬੀ ਵਾਲਾ ਆਪਸ਼ਨ ਦੇ ਸਕਦੇ ਹੈਗੇ ਨੇ, ਉਹ ਇਕੱਲੀ ਬੀ ਕਿ ਬੀ ਕਿਸ ਚੀਜ਼ ਨੂੰ ਪ੍ਰੈਜ਼ੈਂਟ ਕਰਦੀ ਹੈ, ਤਾਂ ਵਰਬਲ ਨੂੰ ਕਰਦੀ ਹੈ। ਵਰਬਲ ਮਤਲਬ ਮੌਖਿਕ ਬੋਲਣ ਦੀ ਪ੍ਰਕਿਰਿਆ। ਸੋ ਇਸ ਦੇ ਵਿੱਚ ਕੀ ਹੈ, ਇਹ ਸ਼ਬਦ ਜਿਹੜਾ ਹੈ, ਇਹ ਯੋਗਤਾ ਜਿਹੜੀ ਹੈ ਇਹ ਸ਼ਬਦ ਅਤੇ ਅਰਥ ਸਮਝਣ ਦੀ ਯੋਗਤਾ ਦੇ ਨਾਲ ਸੰਬੰਧਿਤ ਹੈ। ਸੋ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਉਹ ਕਿਸੇ ਵੀ ਤਰ੍ਹਾਂ ਦੇ ਜਿਹੜਾ ਸ਼ਬਦ ਅਤੇ ਉਸ ਦੇ ਅਰਥ ਨੂੰ ਬੋਲਣ ਅਤੇ ਕਹਿ ਸਕਦੇ ਹਾਂ ਸਮਝਣ ਦੀ ਜਿਹੜੀ ਕਹਿ ਸਕਦੇ ਹਾਂ ਪ੍ਰਕਿਰਿਆ ਕਰਦਾ ਹੈ। ਦੋਨਾਂ ਚੀਜ਼ਾਂ ਨੂੰ ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਸਮਝ ਲੈਂਦਾ ਹੈ, ਮੀਨਸ ਕਿ ਉਹਦਾ ਜੋ ਵੀ ਸ਼ਬਦ ਉਸ ਨੂੰ ਮਿਲੂਗਾ ਉਸ ਦਾ ਉਹ ਅਰਥ ਵੀ ਜਿਹੜਾ ਨਾਲ ਕੱਢੂਗਾ। ਸੋ ਇਸੇ ਯੋਗਤਾ ਨੂੰ ਹੀ ਉਹਨਾਂ ਨੇ ਕਹਿ ਸਕਦੇ ਹਨ ਪਹਿਲੀ ਸਟੇਜ ਦੇ ਵਿੱਚ ਰੱਖਿਆ ਹੈ ਜਾਂ ਪਹਿਲੀ ਮੈਂਟਲ ਐਬਿਲਿਟੀ ਦੇ ਵਿੱਚ ਰੱਖਿਆ ਹੈ। ਸੋ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਨਿਯੋਜਨ ਯਾਨੀ ਪਲੈਨਿੰਗ, ਚੇਤਨ ਯਾਨੀ ਥਿੰਕਿੰਗ, ਔਰ ਸੰਚਾਰ ਮਤਲਬ ਕਮਿਊਨੀਕੇਸ਼ਨ ਅਤੇ ਭਾਸ਼ਾ ਦੀ ਵਰਤੋਂ ਦਾ ਉਹਨਾਂ ਨੇ ਜਿਹੜਾ ਜ਼ੋਰ ਦਿੱਤਾ ਹੈ। ਸੋ ਇਸ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਬੱਚਾ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਡਿਵੈਲਪਮੈਂਟ ਕਰ ਸਕਦਾ ਹੈ। ਪਲੈਨਿੰਗ ਕਰਨੀ ਪੈਣੀ ਹੈ, ਉਸਨੂੰ ਥਿੰਕਿੰਗ ਕਰਨੀ ਪੈਣੀ ਹੈ, ਯਾਨੀ ਕਿ ਚਿੰਤਨ ਜਿਹੜਾ ਕਰਨਾ ਪਊਗਾ, ਕਮਿਊਨੀਕੇਸ਼ਨ ਕਰਨਾ ਪਊਗਾ ਭਾਸ਼ਾ ਦੀ ਵਰਤੋਂ ਕਰਕੇ, ਤਦ ਹੀ ਉਹ ਸ਼ਬਦ ਨਿਰਮਾਣ ਕਰ ਪਵੇਗਾ, ਤਦ ਹੀ ਉਸ ਦੀ ਜਿਹੜੇ ਕਹਿ ਸਕਦੇ ਉਹ ਅਰਥ ਜਿਹੜੇ ਆ ਸਮਝ ਸਕੇਗਾ। ਠੀਕ ਹੈ, ਸੋ ਇਸੇ ਦੇ ਨਾਲ ਹੀ ਜਿਹੜਾ ਕਹਿ ਸਕਦੇ ਹਾਂ ਬੱਚੇ ਦੀ ਮੌਖਿਕ ਬੋਧ ਜਿਹੜੀ ਹੈ ਜਾਂ ਮੈਂਟ ਜਿਹੜੀ ਕਹਿ ਸਕਦੇ ਵਰਬਲ ਕੰਪ੍ਰੀਹੈਂਸ਼ਨ ਹੈ ਉਹ ਡਿਵੈਲਪ ਹੋਵੇਗੀ, ਕਿਉਂਕਿ ਭਾਸ਼ਾ ਇਸ ਦੇ ਵਿੱਚ ਸਭ ਤੋਂ ਪ੍ਰਮੁੱਖ ਯੋਗਦਾਨ ਪਾਵੇਗੀ। ਜੇਕਰ ਬੱਚਾ ਕਮਿਊਨੀਕੇਸ਼ਨ ਨਹੀਂ ਕਰੇਗਾ ਤਾਂ ਸੁਭਾਵਿਕ ਹੈ ਕਿ ਉਹ ਨਾ ਸ਼ਬਦ ਸਿੱਖ ਸਕੇਗਾ ਅਤੇ ਨਾ ਹੀ ਸ਼ਬਦਾਂ ਦੇ ਉਹ ਅਰਥ ਜਿਹੜੇ ਆ ਉਹ ਸਮਝ ਪਾਵੇਗਾ। ਓਕੇ, ਦੂਸਰੀ ਸਟੇਜ ਹੈ ਅੰਕ ਯੋਗਤਾ, ਨੰਬਰੀਕਲ ਐਬਿਲਿਟੀ ਔਰ ਐਨ। ਸੋ ਜਿਹੜੇ ਲਾਸਟ ਵਰਡ ਨੇ ਕੱਲਾ ਵਰਡ ਇਹਨਾਂ ਨੂੰ ਪਲੀਜ਼ ਯਾਦ ਰੱਖਣਾ ਕਿ ਕਿਸ ਚੀਜ਼ ਨੂੰ ਪ੍ਰੈਜ਼ੈਂਟ ਕਰਦੇ ਨੇ। ਓਕੇ, ਸੋ ਅੰਕ ਯੋਗਤਾ ਜਿਹੜੀ ਉਸ ਦੇ ਵਿੱਚ ਸ਼ੁੱਧ ਅਤੇ ਤੇਜ਼ੀ ਦੇ ਨਾਲ ਹਿਸਾਬ ਕਿਤਾਬ ਕਰਨ ਦੀ ਯੋਗਤਾ ਜਿਹੜੀ ਹੈ ਉਹ ਅੰਕ ਯੋਗਤਾ ਆਉਂਦੀ ਹੈ। ਸੋ ਇਹਦੇ ਥਰੂ ਕੀ ਹੈ, ਬੱਚਾ ਜਿਹੜਾ ਹੈ ਆਪਣੇ ਆਪ ਨੂੰ ਮੈਥ ਦੇ ਨਾਲ ਜੋੜਦਾ ਹੈਗਾ। ਸੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੰਬਰਿੰਗ ਹੈ ਉਸ ਨੂੰ ਸਮਝਦਾ ਹੈ ਕਿ ਕਿਸ ਤਰੀਕੇ ਦਾ ਹੈ, ਔਰ ਉਸ ਨੂੰ ਜੋੜ ਘਟਾਓ ਪਲੱਸ ਜਿਹੜਾ ਕਹਿ ਸਕਦੇ ਮਤਲਬ ਭਾਗ ਵਗੈਰਾ ਗੁਣਾ ਵਗੈਰਾ ਸਭ ਕੁਝ ਜਿਹੜਾ ਉਹ ਕਰਨ ਦੀ ਜਿਹੜੀ ਯੋਗਤਾ ਇਸ ਦੇ ਵਿੱਚ ਡਿਵੈਲਪ ਕਰਦਾ ਹੈ। ਸੋ ਇਹ ਦੂਸਰਾ ਪਾਰਟ ਆ ਜਾਂਦਾ ਹੈ ਜੋ ਕਿ 7 ਪ੍ਰਾਇਮਰੀ ਮੈਂਟਲ ਐਬਿਲਿਟੀ ਦੇ ਵਿੱਚ ਆ ਜਾਂਦਾ ਹੈ। ਸੋ ਪਹਿਲਾ ਮੌਖਿਕ, ਦੂਸਰਾ ਅੰਕ ਯੋਗਤਾ ਜਿਸ ਦੇ ਨਾਲ ਮੈਥ ਜਿਹੜਾ ਸਿੱਖ ਪਾਉਂਦਾ ਹੈ। ਤੀਸਰਾ ਹੈ ਸ਼ਬਦ ਪ੍ਰਵਾਹ ਯੋਗਤਾ, ਜਿਸ ਨੂੰ ਵਰਡ ਫਲੂਐਂਸੀ ਜਿਹੜਾ ਕਿਹਾ ਜਾਂਦਾ ਹੈ। ਸੋ ਸ਼ਬਦ ਦੇ ਵਿੱਚ ਅਭਿਵਿਅਕਤੀ ਜਾਂ ਉਚਿਤ ਸਮੇਂ ਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਯੋਗਤਾ ਨੂੰ ਸ਼ਬਦ ਪ੍ਰਵਾਹ ਯੋਗਤਾ ਜਿਹੜੀ ਕਹਿੰਦੇ ਨੇਗੇ। ਮੀਨਸ ਕਿ ਫਲੂਐਂਸੀ ਮੀਨਸ ਕਿ ਬੋਲਣ ਦੀ ਪ੍ਰਕਿਰਿਆ ਕਿੰਨੀ ਤੇਜ਼ੀ ਦੇ ਨਾਲ, ਕਿੰਨੀ ਵਧੀਆ ਜਿਹੜਾ ਕਹਿ ਸਕਦੇ ਉਹ ਬੋਲ ਸਕਦਾ ਹੈ, ਕਿੰਨੇ ਅੱਛੇ ਤਰੀਕੇ ਦੇ ਨਾਲ ਜਿਹੜਾ ਜਵਾਬ ਦਿੰਦਾ ਹੈ।
ਇਹ ਤਦ ਹੀ ਹੋਵੇਗਾ ਜਦੋਂ ਉਹ ਭਾਸ਼ਾ ਦਾ ਸੰਚਾਰ ਕਰੇਗਾ, ਭਾਸ਼ਾ ਦੇ ਨਾਲ ਜੁੜੇਗਾ, ਭਾਸ਼ਾ ਦੇ ਨਾਲ ਹੋਣ ਉਸ ਨੂੰ ਪਤਾ ਲੱਗੇਗਾ ਕਿ ਕਿਹੜੇ ਸ਼ਬਦ ਨੂੰ ਕਿਸ ਤਰੀਕੇ ਦੇ ਨਾਲ ਬੋਲਿਆ ਜਾਂਦਾ ਹੈ, ਕਿਉਂ ਬੋਲਿਆ ਜਾਂਦਾ, ਉਹਦਾ ਅਰਥ ਕੀ ਹੈ ਅਤੇ ਕਿਸ ਸਮੇਂ ਅਸੀਂ ਕਿਸ ਸ਼ਬਦ ਦਾ ਇਸਤੇਮਾਲ ਕਰਨਾ ਹੋਊਗਾ। ਜਦੋਂ ਇਸ ਚੀਜ਼ ਦਾ ਉਸ ਨੂੰ ਗਿਆਨ ਹੋ ਜਾਵੇਗਾ ਤਾਂ ਆਟੋਮੈਟਿਕਲੀ ਹੈ ਕਿ ਉਸ ਦਾ ਜਿਹੜੀ ਵਰਡ ਫਲੂਐਂਸੀ ਹੈ ਜਿਹੜੀ ਉਹ ਆਟੋਮੈਟਿਕਲੀ ਗਰੋਥ ਕਰੇਗੀ ਅਤੇ ਉਸ ਦੇ ਵਿੱਚ ਜਿਹੜੀ ਇੰਪਰੂਵਮੈਂਟ ਆਵੇਗੀ। ਠੀਕ ਹੈ, ਸੋ ਇਹ ਤੀਸਰੀ ਸਟੇਜ ਹੈ। ਪਹਿਲਾਂ ਮੌਖਿਕ ਹੋਵੇਗਾ, ਇਸ ਤੋਂ ਬਾਅਦ ਅੰਕ ਯੋਗਤਾ ਹੋਵੇਗੀ, ਇਸ ਤੋਂ ਬਾਅਦ ਸ਼ਬਦ ਪ੍ਰਵਾਹ ਯਾਨੀ ਕਿ ਬੋਲਣ ਦੀ ਜਿਹੜੀ ਪ੍ਰਕਿਰਿਆ ਹੈ, ਸ਼ਬਦਾਂ ਨੂੰ ਫਲੂਐਂਸੀ ਜਿਹੜੀ ਹੈ ਉਸ ਦੀ ਗੱਲ ਆਵੇਗੀ। ਚੌਥੀ ਸਟੇਜ ਹੈ ਜਿਸ ਦੇ ਵਿੱਚ ਸਮ੍ਰਿਤੀ ਯੋਗਾ, ਜਿਹਨੂੰ ਮੈਮੋਰਾਈਜ਼ਿੰਗ ਐਬਿਲਿਟੀ ਔਰ ਐਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇਹ ਯੋਗਤਾ ਕੀ ਕਰਦੀ ਹੈਗੀ ਹੈ ਕਿ ਜਲਦੀ ਅਤੇ ਠੀਕ ਤਰ੍ਹਾਂ ਯਾਦ ਕਰਨ ਦੀ ਸਮਰੱਥਾ ਦੇ ਨਾਲ ਸੰਬੰਧਿਤ ਹੈ। ਸੋ ਇੱਥੇ ਕੀ ਹੈਗਾ ਗਾ ਕਿ ਜਿਹੜਾ ਬੱਚਾ ਹੈ ਉਹ ਕਿਸੇ ਵੀ ਪਰਸਨ ਨੂੰ, ਕਿਸੇ ਵੀ ਸ਼ਬਦ ਨੂੰ, ਕਿਸੇ ਵੀ ਵਿਅਕਤੀ ਨੂੰ ਲਾ ਲਵੋ, ਠੀਕ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਦੀ ਤੋਂ ਜਲਦੀ ਯਾਦ ਕਰਨ ਦੀ ਔਰ ਠੀਕ ਤਰ੍ਹਾਂ ਯਾਦ ਕਰਨ ਦੀ ਜਿਹੜੀ ਸ਼ਮਤਾ ਰੱਖਦਾ ਹੈ। ਸੋ ਉਸ ਨੂੰ ਅਸੀਂ ਸਮ੍ਰਿਤੀ ਯੋਗਤਾ ਜਾਂ ਮੈਮੋਰਾਈਜ਼ਿੰਗ ਦੇ ਅਧੀਨ ਰੱਖਦੇ ਹਾਂ। ਮੀਨਸ ਤੁਹਾਡੇ ਉੱਪਰ ਲਗਾ ਲਓ ਕਿ ਤੁਸੀਂ ਕਿਹੜਾ ਕਨਸੈਪਟ ਪੜ੍ਹਿਆ ਸੀ ਔਰ ਪੇਪਰ ਦੇ ਵਿੱਚ ਆਉਣ ਦੇ ਵਿੱਚ ਜਾਂ ਤੁਹਾਨੂੰ ਪੁੱਛਣ ਦੇ ਉੱਪਰ ਕਿਸੇ ਨੂੰ ਤੁਸੀਂ ਕਿੰਨੀ ਜਲਦੀ ਉਸ ਦਾ ਰਿਪਲਾਈ ਕਰ ਦਿੰਦੇ ਹੋ, ਕਿੰਨੀ ਜਲਦੀ ਉਸ ਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਦੁਬਾਰਾ ਰਿਪੀਟ ਕਰ ਪਾਉਂਦੇ ਹੋ। ਸੋ ਇਹ ਚੀਜ਼ ਤੁਹਾਡੀ ਜਿਹੜੀ ਹੈ ਉਹ ਮੈਂਟਲ ਐਬਿਲਿਟੀ ਨੂੰ ਦੱਸੂਗੀ, ਤੁਹਾਡੀ ਮੈਮਰੀ ਰਾਈਜ਼ਿੰਗ ਜਿਹੜੀ ਐਬਿਲਿਟੀ ਹੈ ਉਹ ਕਿਸ ਤਰ੍ਹਾਂ ਦੀ ਹੈ, ਤੇਜ਼ ਹੈ ਜਾਂ ਸਲੋ ਹੈ ਜਾਂ ਮੱਧਮ ਹੈ। ਸੋ ਇਸ ਚੀਜ਼ ਤੋਂ ਤੁਹਾਨੂੰ ਜਿਹੜਾ ਹੈ ਉਹ ਕਲੀਅਰ ਹੋ ਜਾਵੇਗਾ। ਨੈਕਸਟ ਹੈ ਸਥਾਨਾਤਮਕ ਯੋਗਤਾ, ਜਿਹਨੂੰ ਸਪੇਸ਼ਲ ਐਬਿਲਿਟੀ ਔਰ ਐਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਥਾਨ ਬਹੁਤ ਪ੍ਰਗਟ ਕਰਦੀ ਹੈ। ਸਥਾਨ ਮਤਲਬ ਕਿ ਕਿਸੇ ਤਰ੍ਹਾਂ ਦਾ ਜਿਹੜਾ ਤੁਹਾਡਾ ਸਥਾਨ, ਜਿਸ ਸਥਾਨ ਵਿਖੇ ਤੁਸੀਂ ਰਹਿੰਦੇ ਹੋ, ਜਿਸ ਸਥਾਨ ਵਿਖੇ ਤੁਸੀਂ ਜਾਣਾ ਹੈ, ਜਿਸ ਤਰ੍ਹਾਂ ਦੀ ਤੁਸੀਂ ਸਟੱਡੀ ਕਰ ਰਹੇ ਹੋ, ਤੁਹਾਡੇ ਇਨਵਾਇਰਨਮੈਂਟ ਦੀ, ਠੀਕ ਹੈ, ਤੁਹਾਡੇ ਹਰ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਜੋ ਸਪੇਸ਼ਲ ਹੈ, ਸਪੇਸ਼ਲ ਮੀਨਸ ਕਿ ਤੁਹਾਡੇ ਆਸ-ਪਾਸ ਹੈ, ਖੇਤਰ ਦੇ ਨਾਲ ਸੰਬੰਧਿਤ ਹੈ, ਉਸ ਨੂੰ ਜੋੜਿਆ ਜਾਂਦਾ ਹੈ। ਸੋ ਉਸ ਦੇ ਵਿੱਚ ਤੁਹਾਡੀ ਕਿੰਨੀ ਸ਼ਮਤਾ ਹੈ, ਤੁਸੀਂ ਕਿਸ ਤਰੀਕੇ ਦੇ ਨਾਲ ਉਸ ਪਲੇਸ ਨੂੰ ਜਾਣਦੇ ਹੋ, ਸਮਝਦੇ ਹੋ, ਠੀਕ ਹੈ, ਉਸ ਦੇ ਵਿੱਚ ਕੀ ਕੁਝ ਪਾਇਆ ਜਾਂਦਾ ਹੈ, ਕੀ ਕੁਝ ਨਹੀਂ ਪਾਇਆ ਜਾਂਦਾ ਹੈ, ਕੀ ਕਮੀਆਂ ਨੇ, ਇਹ ਸਾਰੀ ਚੀਜ਼ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਹੋਵੇਗੀ ਅਤੇ ਤੁਹਾਡੇ ਵਿੱਚ ਇਹ ਸਮਝਣ ਦੀ ਅਵੇਲੇਬਿਲਿਟੀ ਹੋਵੇਗੀ, ਉਸ ਨੂੰ ਅਸੀਂ ਸਪੇਸ਼ਲ ਐਬਿਲਿਟੀ ਜਿਹੜਾ ਕਹਾਂਗੇ, ਇੱਕ ਸਾਡੀ ਮੈਮੋਰਾਈਜ਼ ਦਾ ਜਿਹੜਾ ਪਾਰਟ ਹੋਵੇਗਾ ਵੀ। ਛੇਵਾਂ ਹੈ ਪ੍ਰਤੱਖੀਕਰਨ ਯੋਗਤਾ, ਪ੍ਰਸੈਪਚੁਅਲ ਐਬਿਲਿਟੀ ਔਰ ਪੀ। ਸੋ ਇਹ ਵਸਤੂਆਂ ਨੂੰ ਸਪਸ਼ਟ ਰੂਪ ਦੇ ਵਿੱਚ ਸਮਝਣ ਦੀ ਯੋਗਤਾ ਦੇ ਨਾਲ ਸੰਬੰਧਿਤ ਹੈ। ਵਸਤੂਆਂ ਨੂੰ ਨਹੀਂ, ਇਸ ਦੇ ਵਿੱਚ ਅਸੀਂ ਜੀਵ ਜੰਤੂ ਵੀ, ਪਰਸਨ ਵੀ ਜਿਹੜਾ ਲੈ ਸਕਦੇ ਹੈਗੇ ਆ ਕਿ ਇੱਕ ਬੱਚਾ ਜਿਹੜਾ ਹੈ ਉਹ ਕਿਸੇ ਵੀ ਚੀਜ਼ ਨੂੰ ਕਿੰਨੀ ਜਲਦੀ ਤਰੀਕੇ ਦੇ ਨਾਲ ਸਮਝ ਸਕਦਾ ਹੈ। ਮੀਨਸ ਉਸ ਨੂੰ ਡੌਗ ਦਿਖਾਇਆ ਜਾ ਰਿਹਾ ਹੈ, ਚੇਅਰ ਦਿਖਾਈ ਜਾ ਰਹੀ ਹੈ, ਟੇਬਲ ਦਿਖਾਇਆ ਜਾ ਰਿਹਾ ਹੈ, ਠੀਕ ਹੈ, ਰੂਮ ਦਿਖਾਇਆ ਜਾ ਰਿਹਾ ਹੈ, ਫੈਨ ਦਿਖਾਇਆ ਜਾ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ ਹੈ, ਜਿਹੜੀ ਉਹਦੀ ਸ਼ਮਤਾ ਹੋਵੇਗੀ ਉਸ ਚੀਜ਼ ਨੂੰ ਸਮਝਣ ਦੀ, ਕਿੰਨੀ ਜਲਦੀ ਉਹ ਉਸ ਚੀਜ਼ ਦਾ ਰਿਪਲਾਈ ਕਰੇਗਾ ਕਿ ਇਹ ਚੀਜ਼ ਉਹ ਹੈ, ਠੀਕ ਹੈ। ਮੀਨਸ ਉਸ ਨੂੰ ਚੇਅਰ ਦਿਖਾਈ ਜਾ ਰਹੀ ਹੈ ਤਾਂ ਉਹ ਕਿੰਨੀ ਜਲਦੀ ਉਸ ਦਾ ਰਿਪਲਾਈ ਦਿੰਦਾ ਹੈ ਕਿ ਚੇਅਰ ਹੈ, ਕਿ ਉਹ ਸੋਚਦਾ ਇਸ ਬਾਰੇ, ਸੋਚਣ ਤੋਂ ਬਾਅਦ ਦੱਸਦਾ ਹੈ ਜਲਦੀ ਹੀ, ਜਾਂ ਫਿਰ ਉਹ ਫਟਾਫਟ ਜਿਹੜਾ ਕਹਿ ਸਕਦੇ ਆਪਾਂ ਦੱਸ ਦਿੰਦਾ ਹੈ ਕਿ ਇਹ ਚੇਅਰ ਹੈ। ਸੋ ਇਹ ਤੁਹਾਡੀ ਕਹਿ ਸਕਦੇ ਹਾਂ ਪ੍ਰਸੈਪਚੁਅਲ ਜਿਹੜੀ ਐਬਿਲਿਟੀ ਹੈ, ਸੋ ਉਸ ਨੂੰ ਪ੍ਰੈਜੈਂਟ ਕਰੇਗਾ, ਯਾਨੀ ਕਿ ਪ੍ਰਤੱਖੀਕਰਨ ਯੋਗਤਾ, ਕਿ ਤੁਸੀਂ ਵਸਤੂ ਨੂੰ ਦੇਖ ਕੇ ਕਿੰਨੀ ਜਲਦੀ ਜਿਹੜਾ ਉਸ ਦਾ ਉੱਤਰ ਦਿੰਦੇ ਹੋ ਅਤੇ ਤੁਹਾਨੂੰ ਉਸ ਚੀਜ਼ ਦਾ ਕਿੰਨਾ ਗਿਆਨ ਹੈ। ਸੋ ਇਸ ਦੇ ਨਾਲ ਸੰਬੰਧਿਤ ਹੈ ਛੇਵਾਂ ਪਾਰਟ। ਸੱਤਵਾਂ ਹੈ ਤਰਕ ਯੋਗਤਾ, ਜਿਹਨੂੰ ਰੀਜ਼ਨਿੰਗ ਐਬਿਲਿਟੀ ਕਹਿੰਦੇ ਨੇ ਔਰ ਆਰ ਦੇ ਨਾਲ ਇਸ ਨੂੰ ਪ੍ਰੈਜੈਂਟ ਕੀਤਾ ਜਾਂਦਾ ਹੈ। ਪ੍ਰਤੀਕਾਂ ਦੇ ਵਿੱਚ ਵਿਅਕਤ ਸਥਿਤੀਆਂ ਵਿੱਚ ਆਪਸੀ ਸੰਬੰਧ ਦਾ ਬੋਧ ਤਰਕ ਯੋਗਤਾ ਕਹਾਉਂਦਾ ਹੈ। ਸੋ ਰੀਜ਼ਨਿੰਗ ਹੈ ਨਾ, ਤੁਹਾਡੇ ਸਬਜੈਕਟ ਜਿਹੜੇ ਇਨਕਲੂਡ ਨੇ ਸਾਰਿਆਂ ਨੇ ਪੜ੍ਹੀ ਹੈ। ਰੀਜ਼ਨਿੰਗ ਮੀਨਸ ਕਿ ਤੁਹਾਡਾ ਸਹੀ ਡਾਟਾ ਜਿਹੜਾ ਕਲੈਕਟ ਕਰਨਾ, ਮੀਨਸ ਤੁਸੀਂ ਜੋ ਵੀ ਤੁਹਾਨੂੰ ਚੀਜ਼ ਦੱਸੀ ਕਿ ਉਸ ਬਾਰੇ ਸਹੀ ਜਾਣਕਾਰੀ ਹੋਣਾ ਔਰ ਤਰਕ ਦੇ ਆਧਾਰ ਦੇ ਉੱਪਰ ਤੁਸੀਂ ਉਸ ਦਾ ਜਿਹੜਾ ਨਿਰਣਾ ਕਰਨਾ। ਸੋ ਇਸ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਦੋ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਹਾਂ ਯੋਗਤਾ ਹੁੰਦੀ ਹੈ। ਇੱਕ ਤਾਂ ਇੰਡੂਕੇਟਿਵ ਹੁੰਦੀ ਹੈਗੀ ਜਿਹਨੂੰ ਨਿਗਨਾਤਮਕ ਕਹਿੰਦੇ ਨੇ, ਦੂਸਰਾ ਹੈ ਆਗਨਾਤਮਕ ਜਿਸਨੂੰ ਡਿਡੂਕੇਟਿਵ ਜਿਹੜਾ ਕਹਿ ਸਕਦੇ ਹੈਗੇ ਹਨ। ਸੋ ਨਿਗਨਾਤਮਕ ਤਰਕ ਯੋਗਤਾ ਕੀ ਹੁੰਦੀ ਹੈ, ਜਿਹਨੂੰ ਇੰਡੂਕੇਟਿਵ ਰੀਜ਼ਨਿੰਗ ਐਬਿਲਿਟੀ IR ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਸੋ ਇਸ ਯੋਗਤਾ ਦੇ ਦੁਆਰਾ ਵਿਅਕਤੀ ਵਿਸ਼ੇਸ਼ ਉਦਾਹਰਨਾਂ ਦੇ ਆਧਾਰ 'ਤੇ ਸਿੱਟਾ ਕੱਢਦਾ ਹੈ। ਮੀਨਸ ਕਿ ਪਹਿਲਾਂ ਬੱਚੇ ਨੂੰ ਜਿਹੜਾ ਕਹਿ ਸਕਦੇ ਹਾਂ ਉਦਾਹਰਨਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਅਤੇ ਉਦਾਹਰਨਾਂ ਤੋਂ ਬਾਅਦ ਜਿਹੜਾ ਕਨਸੈਪਟ ਜਿਹੜਾ ਸਮਝਾਇਆ ਜਾਂਦਾ ਹੈ ਉਹਦੇ ਆਧਾਰ ਦੇ ਉੱਪਰ ਜਿਹੜਾ ਸਿੱਟਾ ਨਿਕਲਦਾ ਹੈ। ਸੋ ਉਸ ਨੂੰ ਅਸੀਂ ਇੰਡੂਕੇਟਿਵ ਰੀਜ਼ਨਿੰਗ ਜਿਹੜੀ ਕਹਿੰਦੇ ਹੈਗੇ ਆ। ਮੀਨਸ ਬੱਚਾ ਪਹਿਲਾਂ ਦੇਖੇਗਾ ਅਤੇ ਦੇਖਣ ਤੋਂ ਬਾਅਦ ਉਸ ਨੂੰ ਕਲੀਅਰ ਕਰੇਗਾ। ਦੂਸਰਾ ਹੈ ਆਗਨਾਤਮਕ ਤਰਕ ਯੋਗਤਾ। ਸੋ ਇਸ ਦੇ ਅਧੀਨ ਜਿਹੜਾ ਕਹਿ ਸਕਦੇ ਹਾਂ ਯੋਗਤਾ ਇਹਦੀ ਜਿਹੜੀ ਆ ਜਾਂਦੀ ਉਹ ਵਿਅਕਤੀ ਸਧਾਰਨ ਸਿੱਟਿਆਂ ਦੀ ਵਰਤੋਂ ਕਰਦਾ ਹੈ। ਸੋ ਇੱਥੇ ਕੀ ਹੈ, ਪਹਿਲਾਂ ਉਹ ਕਨਸੈਪਟ ਨੂੰ ਸਮਝੇਗਾ, ਕਨਸੈਪਟ ਨੂੰ ਸਮਝਣ ਤੋਂ ਬਾਅਦ ਜਿਹੜੀ ਪਿਕਚਰ ਹੈ ਜਾਂ ਵਿਅਕਤੀ ਹੈ ਜਾਂ ਸਥਾਨ ਹੈ ਉਸ ਦੀ ਸਟੱਡੀ ਕਰੇਗਾ। ਪਹਿਲਾਂ ਇੱਥੇ ਦੇਖੇਗਾ, ਫਿਰ ਇਸ ਤੋਂ ਬਾਅਦ ਉਸ ਦਾ ਐਨਾਲਾਈਜ਼ ਕਰੇਗਾ। ਇੱਥੇ ਪਹਿਲਾਂ ਕੀ ਹੈਗਾ ਉਹ ਸਟੱਡੀ ਕਰੇਗਾ, ਐਨਾਲਾਈਜ਼ ਕਰੇਗਾ, ਬਾਅਦ ਦੇ ਵਿੱਚ ਉਸ ਪਿਕਚਰ ਨੂੰ ਆਪਣੀ ਮਾਈਂਡ ਦੇ ਵਿੱਚ ਲੈ ਕੇ ਆਵੇਗਾ ਜਾਂ ਉਸ ਪਿਕਚਰ ਨੂੰ ਉਹ ਖੁਦ ਜਿਹੜਾ ਦੇਖਣ ਲਈ ਜਾਊਗਾ। ਠੀਕ ਹੈ, ਇਹ ਦੋਨੋਂ ਜਿਹੜੇ ਕਨਸੈਪਟ ਨੇਗੇ ਜੋ ਕਿ ਤਰਕ ਯੋਗਤਾ ਦੇ ਅਧੀਨ ਆਉਂਦੇ ਹੈਗੇ ਨੇ। ਸੋ ਇਸ ਤੋਂ ਇਲਾਵਾ ਇਸ ਦੇ ਵਿੱਚ 8ਵਾਂ ਪੁਆਇੰਟ ਵੀ ਐਡ ਕੀਤਾ ਗਿਆ। ਹਾਲਾਂਕਿ ਜਦੋਂ ਵੀ ਤੁਹਾਨੂੰ ਕੁਐਸਚਨ ਆਏਗਾ ਤਾਂ ਤੁਸੀਂ 7 ਦੇ ਅਕੋਰਡਿੰਗ ਹੀ ਦੇਣੇ, ਬਟ ਵਰਤਮਾਨ ਸਮੇਂ ਇਸ ਦੇ ਵਿੱਚ 8ਵਾਂ ਪੁਆਇੰਟ ਵੀ ਜਿਹੜਾ ਉਹ ਐਡ ਕਰ ਦਿੱਤਾ ਗਿਆ ਹੈ, ਜਿਸ ਨੂੰ ਸਮਾਇਕ ਵੇਖਿਆ ਜੋ ਕਾਰਕ ਕਿਹਾ ਜਾਂਦਾ, ਇਹਨੂੰ ਪ੍ਰੋਵੀਜ਼ਨਲ ਇੰਟਰਪ੍ਰੀਟੇਬਲ ਫੈਕਟਰ ਕਿਹਾ ਜਾਂਦਾ ਹੈ।
ਸੋ ਇਹਨਾਂ ਤੋਂ ਇਲਾਵਾ ਜਿਹੜਾ ਹੈ ਥਰਸਨ ਨੇ ਇੱਕ ਸਮਾਇਕ ਵਿਅਖਕ ਯੋਗ ਕਾਰਕ ਦਾ ਵੀ ਜਿਹੜਾ ਉਲੀਕ ਕੀਤਾ ਜਿਸ ਨੂੰ ਸਮੱਸਿਆ ਸਮਾਧਾਨ ਦੀ ਯੋਗਤਾ ਕਹਿੰਦੇ, ਮਤਲਬ ਕਿ ਪ੍ਰੋਬਲਮ ਸੋਲਵਿੰਗ ਜਿਹੜੀ ਹੈ ਉਸ ਦੇ ਬਾਰੇ ਇਹਨਾਂ ਨੇ ਗੱਲ ਕੀਤੀ ਹੈ। ਸੋ ਇਹ 8ਵਾਂ ਹੈ, ਬਟ ਤੁਸੀਂ 7 ਦੇ ਅਕੋਰਡਿੰਗ ਹੀ ਜਿਹੜਾ ਆਨਸਰ ਦੇਣਾ ਹੋਊਗਾ। ਕਿ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਥਰਸਨ ਨੇ ਕਿੰਨੇ ਜਿਹੜੇ ਕਹਿ ਸਕਦੇ ਆ ਨਾ ਫੈਕਟਰ ਦੀ ਗੱਲ ਕੀਤੀ ਹੈ ਤਾਂ 7 ਜਿਹੜੇ ਉਹ ਰਹਿਣਗੇ। ਅਗਰ ਪੁੱਛਿਆ ਗਿਆ ਕਿ ਵਰਤਮਾਨ ਸਮੇਂ ਕਿੰਨੇ ਨੇ ਤਾਂ ਤੁਹਾਡੇ ਕੋਲੇ 8 ਇਸ ਦਾ ਆਨਸਰ ਹੋਣਾ ਚਾਹੀਦਾ ਹੈ। ਤਾਂ ਸਮੱਸਿਆ ਸਮਾਧਾਨ ਯੋਗਤਾ ਜਿਹੜੀ ਹੈ ਇਸ ਦੇ ਵਿੱਚ ਹੈ ਕਿ ਬੱਚਾ ਜਿਹੜਾ ਉਹ ਕਿਸੇ ਵੀ ਪ੍ਰੋਬਲਮ ਨੂੰ ਕਿੰਨਾ ਜਲਦੀ ਤੇ ਕਿਸ ਤਰੀਕੇ ਨਾਲ ਸੋਲਵ ਕਰ ਲੈਂਦਾ ਹੈ। ਸੋ ਇਹ ਇਸ ਗੱਲ ਦਾ ਵਿਸ਼ਾ ਹੋਵੇਗਾ। ਸੋ ਇਸ ਦੇ ਨਾਲ ਅਸੀਂ ਬੱਚੇ ਦੀ ਮਾਨਸਿਕ ਲੈਵਲ ਦੀ ਜਾਂ ਮਾਨਸਿਕ ਯੋਗਤਾ ਜਿਹੜੀ ਹੈ ਉਸ ਨੂੰ ਸਮਝ ਪਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਬੱਚਾ ਕਿਸੇ ਵੀ ਪ੍ਰੋਬਲਮ ਨੂੰ, ਚਾਹੇ ਉਹ ਕਿਸੇ ਵੀ ਟਾਈਪ ਦੀ ਹੈ, ਐਜੂਕੇਸ਼ਨਲ ਹੋ ਸਕਦੀ, ਉਸ ਦੀ ਪਰਸਨਲ ਹੋ ਸਕਦੀ ਹੈ, ਉਸ ਦੀ ਲਾਈਫ ਨਾਲ ਰਿਲੇਟਡ ਹੋ ਸਕਦੀ, ਉਸ ਦੀ ਫੈਮਿਲੀ ਨਾਲ ਰਿਲੇਟਡ ਹੋ ਸਕਦੀ ਹੈ, ਉਹਨੂੰ ਉਹ ਕਿਸ ਤਰੀਕੇ ਦੇ ਨਾਲ ਸੋਲਵ ਕਰ ਪਾਉਂਦਾ ਹੈ, ਕਿੰਨੀ ਜਲਦੀ ਸੋਲਵ ਕਰ ਪਾਉਂਦਾ ਹੈ, ਕਿ ਉਸ ਨੂੰ ਉਹ ਸੋਲਵ ਕਰਨ ਲੱਗੇ ਕਿਸੇ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਜਾਂ ਸੋਲਵ ਕਰਨ ਦੇ ਲਈ ਉਹ ਖੁਸ਼ ਹੋ ਕੇ ਉਸ ਨੂੰ ਨਾ ਬੜੀ ਜਲਦੀ ਇਸ ਚੀਜ਼ ਨੂੰ ਐਕਸੈਪਟ ਕਰਕੇ ਜਿਹੜਾ ਕਹਿ ਸਕਦੇ ਹਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਇਸੇ ਨੂੰ ਅਸੀਂ ਸਮੱਸਿਆ ਸਮਾਧਾਨ ਯੋਗਤਾ ਕਹਾਂਗੇ। ਸੋ ਇਸ ਦੇ ਵਿੱਚ ਉਹ ਕਿੰਨਾ ਐਕਸਪਰਟ ਹੈ, ਸੋ ਇਸ ਚੀਜ਼ ਦੇ ਨਾਲ ਜੁੜਿਆ ਹੋਊਗਾ। ਸੋ ਉਹਨਾਂ ਦੇ ਵਿਚਾਰ ਦੇ ਅਨੁਸਾਰ ਇਹਨਾਂ ਦੇ ਵਿਚਕਾਰ ਕੋਈ ਪਰਸਪਰ ਜਿਹੜਾ ਸੰਬੰਧ ਨਹੀਂ ਹੁੰਦਾ। ਸੋ ਇਹ 7 ਜਾਂ 8 ਦੀਆਂ ਸਟੇਜਸ ਜਿਹੜੀਆਂ ਹੈਗੀਆਂ ਨੇਗੀਆਂ ਮੈਂਟਲ ਐਬਿਲਿਟੀਜ਼, ਸੋ ਇਹ ਇੱਕ ਦੂਸਰੇ ਦੇ ਨਾਲ ਜੁੜੀਆਂ ਨਹੀਂ ਹੋਈਆਂ, ਇਹ ਅਲੱਗ-ਅਲੱਗ ਨੇ ਔਰ ਹਰ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਹਰ ਪਾਰਟ ਦਾ ਅਲੱਗ ਜਿਹੜਾ ਕੰਮ ਰਹਿੰਦਾ ਹੈ। ਸੋ ਇਹ ਥਰਸਨ ਦੇ ਕਹਿਣ ਦੇ ਅਕੋਰਡਿੰਗ ਹੈਗਾ ਗਾ। ਓਕੇ, ਸੋ ਨੈਕਸਟ ਹੈ ਥਰਸਨ ਦੇ ਸਮੂਹ ਕਾਰਕ ਸਿਧਾਂਤ ਦਾ ਪ੍ਰਯੋਗ। ਸੋ ਅਸੀਂ ਸਿਧਾਂਤ ਨੂੰ ਪੜ੍ਹ ਲਿਆ ਹੈ। ਅਸੀਂ ਐਜੂਕੇਸ਼ਨ ਦੇ ਵਿੱਚ ਇਸ ਦੀ ਕੀ ਇੰਪੋਰਟੈਂਸ ਜਿਹੜੀ ਕਹਿ ਸਕਦੇ ਹਾਂ ਨਾ ਰੱਖਦੇ ਹੈਗੇ ਜਾਂ ਟੀਚਰ ਦੇ ਲਈ ਕੀ ਭੂਮਿਕਾ ਰਹੂਗੀ, ਸਟੂਡੈਂਟ ਦੇ ਲਈ ਕੀ ਭੂਮਿਕਾ ਰਹੂਗੀ। ਜਿੰਨੀਆਂ ਵੀ ਥਿਊਰੀਜ਼ ਨੇ ਇੰਟੈਲੀਜੈਂਸੀ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਦੀਆਂ ਹੋਰ, ਉਹਨਾਂ ਦਾ ਸਾਰਿਆਂ ਦਾ ਪਰਪਸ ਸੇਮ ਇੱਕੋ ਹੁੰਦਾ ਹੈ, ਬੱਚੇ ਦੇ ਮਾਨਸਿਕ ਲੈਵਲ ਨੂੰ ਸਮਝਣਾ, ਬੱਚੇ ਦੇ ਅਕੋਰਡਿੰਗ ਜਿਹੜਾ ਉਸਦਾ ਪਾਠਕ੍ਰਮ ਦਾ ਨਿਰਮਾਣ ਕਰਨਾ, ਬੱਚੇ ਦੇ ਅਕੋਰਡਿੰਗ ਜਿਹੜਾ ਇਹਦੇ ਅਕੋਰਡਿੰਗ ਜਿਹੜਾ ਟੀਚਿੰਗ ਕਰਨਾ, ਕਿਹੜੇ ਮੈਥਡ ਦਾ ਪ੍ਰਯੋਗ ਕਰਨਾ। ਸੋ ਇਹਨਾਂ ਨੂੰ ਸਮਝਣ ਦੇ ਵਿੱਚ ਹੀ ਮਦਦ ਕਰਦੀ ਹੁੰਦੀ ਹੈ। ਸੋ ਇਹ ਸੌਖੇ ਨੇ। ਸੋ ਹਾਲਾਂਕਿ ਬਹੁਤ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਕੁਐਸਚਨ ਆਉਂਦੇ ਹੁੰਦੇ ਨੇ, ਕਈ ਵਾਰ ਇਸ ਤਰ੍ਹਾਂ ਦਾ ਕੁਐਸਚਨ ਵੀ ਆਉਂਦਾ ਕਿ ਕੀ ਇੰਪੋਰਟੈਂਸ ਹੈਗੀ ਹੈ ਨਾ ਟੀਚਰ ਦੇ ਲਈ ਜਾਂ ਐਜੂਕੇਸ਼ਨ ਦੇ ਵਿੱਚ। ਸੋ ਪਹਿਲਾ ਹੈ ਥਰਸਨ ਦੇ ਸਿਧਾਂਤ ਦੀ ਇੰਪੋਰਟੈਂਸ ਐਜੂਕੇਸ਼ਨ ਲੈਵਲ ਦੇ ਵਿੱਚ ਕਿ ਮਾਨਸਿਕ ਯੋਗਤਾ ਦੀ ਸਟਾਈਲ ਰੈਂਕ ਸਥਿਤੀ ਅਤੇ ਪ੍ਰੋਫਾਈਲ ਨੂੰ ਜਾਣਨ ਦੇ ਵਿੱਚ ਮਦਦ ਕਰਦਾ ਹੈ ਕਿ ਬੱਚੇ ਦੀ ਜਿਹੜੀ ਕਹਿ ਸਕਦੇ ਨਾ ਮਾਨਸਿਕ ਸਥਿਤੀ ਕਿਹੋ ਜਿਹੀ ਹੈਗੀ ਆ, ਬੱਚੇ ਦੀ ਮਾਨਸਿਕ ਯੋਗਤਾ ਜਿਹੜੀ ਕਿਹੋ ਜਿਹੀ ਹੈਗੀ ਹੈ। ਕਿਉਂਕਿ ਉਹਨਾਂ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦੇ ਉੱਪਰ ਜਿਹੜੇ ਪ੍ਰਯੋਗ ਕੀਤੇ ਸੀ, ਉਹਨਾਂ ਦੇ ਆਧਾਰ ਤੋਂ ਉਹਨਾਂ ਨੇ ਗੱਲ ਕੀਤੀ ਕਿ ਹਰ ਬੱਚੇ ਦਾ ਜਿਹੜਾ ਮਾਈਂਡ ਆ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਕਿਵੇਂ ਕੰਮ ਕਰਦਾ ਹੈ, ਅਤੇ ਕਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਸਾਂਝੀਆਂ ਪਾਈਆਂ ਜਾਂਦੀਆਂ ਨੇ ਇੱਕ ਦੂਸਰੇ ਦੇ ਨਾਲ, ਕਿਹੜੀਆਂ ਨਹੀਂ ਪਾਈਆਂ ਜਾਂਦੀਆਂ। ਸੋ ਇਸੇ ਦੇ ਆਧਾਰ ਦੇ ਉੱਪਰ ਜਿਹੜਾ ਪਰਸੈਂਟਾਈਲ ਰੈਂਕ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਕਿਹੜੇ ਬੱਚੇ ਦੀ ਬੁੱਧੀ ਤੇਜ਼ ਹੈ, ਕਿਹੜੇ ਬੱਚੇ ਦੀ ਸਲੋ ਹੈ, ਕਿਹੜੇ ਬੱਚੇ ਦੀ ਮੱਧਮ ਹੈ। ਉਹਨੂੰ ਸਮਝਣ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਮਦਦ ਮਿਲਦੀ ਹੈ। ਅਤੇ ਜਦੋਂ ਅਸੀਂ ਉਸ ਚੀਜ਼ ਨੂੰ ਸਮਝ ਲਵਾਂਗੇ ਤਾਂ ਉਹਦੇ ਨਾਲ ਪਤਾ ਹੈ ਸਾਨੂੰ ਕੀ ਹੈਲਪ ਹੋਊਗੀ ਕਿ ਅਸੀਂ ਬੱਚਿਆਂ ਦੇ ਲਈ ਉਹਨਾਂ ਦੀਆਂ ਯੋਗਤਾਵਾਂ, ਉਹਨਾਂ ਦੀ ਮੈਂਟਲ ਏਜ ਦੇ ਅਕੋਰਡਿੰਗ ਜਿਹੜਾ ਹੈ ਬੱਚਿਆਂ ਨੂੰ ਪਾਠਕ੍ਰਮ ਬਣਾ ਕੇ ਦੇਵਾਂਗੇ, ਬੱਚਿਆਂ ਨੂੰ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਕਹਿ ਸਕਦੇ ਨਾ ਲੈਸਨ ਪਲਾਨ ਬਣਾ ਕੇ ਦੇਵਾਂਗੇ। ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਐਜੂਕੇਸ਼ਨ ਦਿੱਤੀ ਜਾਊਗੀ, ਇਸ ਤੋਂ ਅਕੋਰਡਿੰਗ ਉਹਨਾਂ ਦੇ ਲਈ ਜਿਹੜੀ ਯੋਗ ਵਿਧੀ ਹੋਵੇਗੀ ਉਸ ਦਾ ਇਸਤੇਮਾਲ ਕੀਤਾ ਜਾਵੇਗਾ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਬੱਚੇ ਦੇ ਵਿੱਚ ਸਹਾਈ ਹੁੰਦੀਆਂ ਨੇ ਸਮਝਣ ਦੇ ਵਿੱਚ ਕਿ ਬੱਚੇ ਨੂੰ ਕਿਸ ਤਰ੍ਹਾਂ ਦੀ ਨੀਡ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ, ਔਰ ਇਹਨਾਂ ਜ਼ਰੂਰਤਾਂ ਦੇ ਆਧਾਰ ਦੇ ਉੱਪਰ ਹੀ ਜਿਹੜਾ ਅਸੀਂ ਕਹਿ ਸਕਦੇ ਹਾਂ ਬੱਚਿਆਂ ਦੀ ਅਗਵਾਈ ਜਿਹੜੀ ਕਰ ਸਕਦੇ ਹਾਂ। ਜੇਕਰ ਅਸੀਂ ਇਹਨਾਂ ਦੀ ਸਥਿਤੀ ਨੂੰ ਜਾਣਦੇ ਹੋਵਾਂਗੇ ਕਿ ਬੱਚਾ ਮੀਡੀਅਮ ਏਜ ਵਾਲਾ ਹੈ, ਮੀਨਸ ਕਿ ਮੀਡੀਅਮ ਉਸਦਾ ਜਿਹੜਾ ਕਹਿ ਸਕਦੇ ਹਾਂ ਨਾ ਮੈਂਟਲ ਲੈਵਲ ਹੈ ਜਾਂ ਹਾਈ ਹੈ ਜਾਂ ਸਲੋ ਹੈ। ਸੋ ਇਸ ਨੂੰ ਸਮਝਣ ਦੇ ਆਧਾਰ ਦੇ ਉੱਪਰ ਅਸੀਂ ਬੱਚਿਆਂ ਦੀ ਜਿਹੜੀ ਗਾਈਡੈਂਸ ਆ ਉਹ ਪ੍ਰੋਪਰ ਕਰ ਪਾਵਾਂਗੇ। ਇਹ ਅਧਿਆਪਕ ਦੇ ਲਈ ਜਿਹੜਾ ਹੈਲਪਫੁਲ ਰਹੂਗੀ। ਸੋ ਪ੍ਰਾਥਮਿਕ ਮਾਨਸਿਕ ਯੋਗਤਾਵਾਂ ਦੇ ਪ੍ਰੀਖਣ ਦੇ ਆਧੁਨਿਕਤਮ ਸੰਸਕਰਣ ਦੇ ਵਿੱਚ ਬੁੱਧੀ ਲਬਧੀ ਜਿਹਨੂੰ IQ ਕਿਹਾ ਜਾਂਦਾ ਹੈ, ਸੋ ਇਸ ਤੇ ਮਾਨਸਿਕ ਉਮਰ ਦਾ ਜਿਹੜਾ ਸਮਾਨ ਮਾਪ ਉਹ ਕਰ ਸਕਦੇ ਕਿ ਮੀਨਸ ਅਸੀਂ ਬੱਚੇ ਦੀ ਮੈਂਟਲ ਏਜ ਜਾਣ ਸਕਦੇ ਹਾਂ, ਉਸਦਾ IQ ਲੈਵਲ ਜਿਹੜਾ ਜਾਣ ਸਕਦੇ ਹਾਂ ਕਿ ਕਿੰਨਾ ਬੱਚਾ ਇੰਟੈਲੀਜੈਂਸ ਹੈ। ਸੋ ਇਸ ਨੂੰ ਸਮਝਣ ਦੇ ਵਿੱਚ ਸਾਨੂੰ ਮਦਦ ਮਿਲੂਗੀ, ਜਿਹਦੇ ਨਾਲ ਅਸੀਂ ਬੱਚਿਆਂ ਦੀਆਂ ਯੋਗਤਾਵਾਂ ਸਮਝ ਕੇ ਬੱਚੇ ਦੀ ਯੋਗਤਾ ਦੇ ਅਨੁਸਾਰ ਜਿਹੜੀ ਹੈ ਐਜੂਕੇਸ਼ਨ ਉਹ ਦੇ ਪਾਵਾਂਗੇ। ਦੂਸਰਾ ਹੈ ਨਿਦਾਨਾਤਮਕ ਕਾਰਜ ਅਤੇ ਕਿਰਿਆਤਮਕ ਅਗਵਾਈ। ਸੋ ਇਸ ਦੇ ਨਾਲ ਡਾਇਗਨੋਸਟਿਕ ਅਤੇ ਪ੍ਰੈਕਟੀਕਲ ਗਾਈਡੈਂਸ ਜਿਹੜੀ ਉਹ ਮਿਲਦੀ ਹੈਗੀ ਆ। ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਧਿਆਪਕ ਜਿਹੜਾ ਹੁੰਦਾ ਹੈ ਉਹ ਬੱਚਿਆਂ ਨੂੰ ਉਸ ਦੀ ਕਹਿ ਸਕਦੇ ਹਾਂ ਨਾ ਮੈਂਟਲ ਲੈਵਲ ਦੇ ਅਕੋਰਡਿੰਗ ਜਿਹੜੀ ਗਾਈਡੈਂਸ ਪ੍ਰੋਵਾਈਡ ਕਰਦਾ ਹੈ, ਐਜੂਕੇਸ਼ਨ ਦਿੰਦਾ ਹੈ, ਅਤੇ ਉਸ ਦੇ ਮਾਇੰਡ ਦੇ ਲੈਵਲ ਦੇ ਅਕੋਰਡਿੰਗ ਹੀ ਉਸ ਨੂੰ ਵਿਵਸਾਇਕ ਸਿੱਖਿਆ ਦੇਣ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਹਿ ਸਕਦੇ ਹਾਂ ਪ੍ਰੈਜ਼ੈਂਟ ਕਰਦੀ ਹੈਗੀ ਆ ਕਿ ਬੱਚੇ ਦਾ ਮਾਇੰਡ ਲੈਵਲ ਕਿਹੋ ਜਿਹਾ ਹੈ, ਕਿ ਉਹ ਟੀਚਰ ਬਣ ਸਕਦਾ ਹੈ, ਕਿ ਉਹ ਇੰਜੀਨੀਅਰ ਬਣ ਸਕਦਾ ਹੈ, ਕਿ ਉਹ ਡਾਕਟਰ ਬਣ ਸਕਦਾ ਹੈ, ਕਿ ਉਹ ਸਿੰਪਲ ਛੋਟੀ ਜੋਬ ਦੇ ਲਈ ਜਿਹੜਾ ਐਲੀਜੀਬਲ ਹੈ ਨਾ, ਸੋ ਕਲਰਕ ਵਗੈਰਾ ਜਾਂ ਕਿਸੇ ਤਰ੍ਹਾਂ ਦਾ ਹੋਰ। ਸੋ ਸਾਰੀਆਂ ਚੀਜ਼ਾਂ ਉਹ ਅਧਿਆਪਕ ਨੂੰ ਸਮਝਣ ਦੇ ਵਿੱਚ ਮਦਦ ਕਰਦੇ ਨੇ, ਜਿਹਦੇ ਆਧਾਰ ਦੇ ਉੱਪਰ ਜਿਹੜਾ ਬੱਚੇ ਨੂੰ ਗਾਈਡੈਂਸ ਪ੍ਰੋਵਾਈਡ ਕਰ ਸਕਦਾ ਹੈ ਇੱਕ ਅਧਿਆਪਕ।
ਸੋ ਇੱਥੇ ਗੱਲ ਕੀਤੀ ਹੈ ਸਿੱਖਿਆ ਤੇ ਕਿੱਤਾ ਅਗਵਾਈ ਦੇ ਲਈ ਇਹ ਸਿਧਾਂਤ ਦੋ ਰੂਪਾਂ ਦੇ ਵਿੱਚ ਉਪਯੋਗੀ ਸਿੱਧ ਹੁੰਦਾ ਹੈ। ਪਹਿਲਾ ਹੈ ਧਾਰਨਾਤਮਕ ਕਾਰਜ, ਜਿਹਨੂੰ ਕਨਸੈਪਚੁਅਲ ਫਰੇਮਵਰਕ ਕਹਿੰਦੇ ਨੇ। ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਕਾਰਨ ਸਪਸ਼ਟ ਅਤੇ ਪ੍ਰਭਾਵਿਤ ਪ੍ਰੀਖਣ ਤਿਆਰ ਕਰਨ ਦੇ ਵਿੱਚ ਸਹਾਇਤਾ ਮਿਲਦੀ ਹੈ ਕਿ ਬੱਚਾ ਜਿਹੜਾ ਹੈ ਉਹ ਕਿਹੋ ਜਿਹਾ ਹੈ, ਉਸ ਦਾ ਮਾਨਸਿਕ ਲੈਵਲ ਕਿਹੋ ਜਿਹਾ ਹੈਗਾ ਗਾ, ਔਰ ਉਸਨੂੰ ਕਿਵੇਂ ਜਿਹੜਾ ਕਹਿ ਸਕਦੇ ਨਾ ਅਸੀਂ ਹੈਲਪ ਕਰ ਸਕਦੇ ਹਾਂ, ਅਗਵਾਈ ਕਰ ਸਕਦੇ ਹਾਂ। ਇਹ ਇੱਕ ਕਨਸੈਪਟ ਬਣਾਇਆ ਜਾਂਦਾ ਹੈ। ਦੂਸਰਾ ਹੈ ਸਮੂਹ ਕਾਰਕ ਸਿਧਾਂਤ ਦੇ ਆਧਾਰ 'ਤੇ ਕਈ ਪ੍ਰੀਖਣ ਸਮੂਹਾਂ ਦਾ ਨਿਰਮਾਣ ਹੋਇਆ, ਜਿਨ੍ਹਾਂ ਦੇ ਵਿੱਚ ਹਰੇਕ ਕਾਰਕ ਦੇ ਉੱਪਰ ਉਚਿਤ ਜ਼ੋਰ ਦਿੱਤਾ ਗਿਆ ਹੈ, ਜਿਹਦੇ ਨਾਲ ਬੱਚੇ ਨੂੰ ਸਮਝਣ ਦੇ ਵਿੱਚ ਮਦਦ ਮਿਲਦੀ ਹੈ ਕਿ ਕਿਹੜਾ ਬੱਚਾ ਕਿਸ ਚੀਜ਼ ਨੂੰ ਜਲਦੀ ਸਮਝਦਾ ਹੈ, ਕਿਸ ਉੱਪਰ ਸਾਨੂੰ ਫੋਕਸ ਜਿਹੜਾ ਉਹ ਕਰਨਾ ਪਵੇਗਾ, ਤਾਂ ਕਿ ਅਸੀਂ ਉਸ ਖੇਤਰ ਦੇ ਵਿੱਚ ਬੱਚੇ ਨੂੰ ਲਿਜਾ ਸਕੀਏ, ਔਰ ਕਿਸ ਦੇ ਵਿੱਚ ਉਸ ਦਾ ਜ਼ਿਆਦਾ ਇੰਟਰਸਟ ਹੈ, ਕਿਸ ਦੇ ਵਿੱਚ ਘੱਟ ਹੈ, ਘੱਟ ਵਾਲੇ ਪਾਰਟ ਨੂੰ ਕਿਵੇਂ ਇੰਪਰੂਵ ਕਰਨਾ ਹੈ। ਸੋ ਇਸ ਨੂੰ ਹੈਲਪ ਕਰਦੀ ਹੈਗੀ ਆ ਸਾਡੇ ਟੀਚਰ ਨੂੰ ਇਸ ਨੂੰ ਸੋਲਵ ਕਰਨ ਦੇ ਲਈ। ਓਕੇ, ਸੋ ਇਹ ਸੀ ਸਾਡਾ ਅੱਜ ਦਾ ਸਿਧਾਂਤ, ਜਿਸ ਦੇ ਵਿੱਚ ਥਰਸਨ ਦਾ ਜਿਹੜਾ ਇੰਟੈਲੀਜੈਂਸ ਨੂੰ ਲੈ ਕੇ ਸਿਧਾਂਤ ਜਿਹੜਾ ਉਹ ਪ੍ਰੈਜੈਂਟ ਕੀਤਾ ਗਿਆ ਸੀ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।